एक दिन बैठे सवेरे चलीए एक जगह रस्ते माहिम माहिम क्रॉस कर रहे थे ना तो देखा एक बंदा एक औरत को फड़ के कुट रहा इन आखिर रोक 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 स्कूटर रोक रुकया उतर के भज्जी ਉਹਦੇ ਕੋਲ ਜਾ ਕੇ ਉਹਦਾ ਹੱਥ ਫੜ ਲਿਆ ਛੋਟੀ ਜਿਹੀ ਸੀਗੀ ਮੇਰੇ ਕੋਲ ਕਾਲਜ ਵਿੱਚ ਸੀਗੀ ਕੀ ਕਹਿੰਦੀ ਮੇਰੇ ਭਰਾ ਨੂੰ ਕਹਿੰਦੀ ਦੇਖੋ ਅਖਿਲ ਇਹ ਜ਼ਿੰਦਗੀ ਦਾ ਕੀ ਪਤਾ ਇਹ ਭਾਵੇਂ ਇੱਕ ਦਿਨ ਦੀ ਹੈ ਭਾਵੇਂ ਐਂਡ ਸ਼ੀ ਸਟਾਰਟਡ ਕਲਿਕਿੰਗ ਅ ਫਿੰਗਰ 2 ਦਿਨ ਦੀ ਹੈ 10 ਸਾਲ ਦੀ ਹੈ 15 ਸਾਲ ਦੀ ਜਿਹਦੀ ਵੈਲਿਊ ਹੀ ਕੋਈ ਜ਼ਿੰਦਗੀ ਦਾ ਉਹਦੇ ਮੈਂ ਪ੍ਰਿੰਸੀਪਲ ਕਾਹਦੇ ਤੋੜਦਾ ਹਾਂ ਐਂਡ ਦੈਟ ਇਜ਼ ਵਾਟ ਹੈਪਨ ਇਨ ਦ ਹਾਈਜੈਕ ਉਹ ਖੁਦ ਜੰਮ ਮਾਰ ਕੇ ਭੱਜ ਜਾਂਦੀ ਪਹਿਲੀ ਜੰਮ ਮਾਰ ਕੇ ਭੱਜ ਜਾਂਦੀ ਪਰ ਨਹੀਂ ਖੜੀ ਉੱਥੇ ਲੋਕਾਂ ਨੂੰ ਕਰੀ ਚਲੋ ਬਾਹਰ ਬਾਹਰ ਨਿਕਲੋ ਤੇ ਜਿਹੜੇ 3 ਬੱਚੇ ਸੀ ਅਨਕੰਪਲੀਟ ਚਿਲਡਰਨ ਸੀਗੇ ਪੇਰੈਂਟਸ ਨਾਲ ਸੀਗੇ ਨਾਲ ਨਹੀਂ ਸੀਗੇ ਉਹਨੂੰ ਕਵਰ ਕੀਤਾ ਨਾ ਗੋਲੀ ਮਾਰਨਾ ਹਾਈਜੈਕ ਉਹਨੂੰ ਕਵਰ ਕੀਤਾ ਉਹਦੇ 'ਚ ਗੋਲੀਆਂ ਲੱਗੀਆਂ ਉਹਨੂੰ ਮਾਰ ਗਏ ਉਹਦੇ 'ਚ if you somebody who died saving somebody तो थोड़ी मरे थोड़ा ਤੁਸੀਂ ਜਿੰਦਾ ਤੇ ਹਰ ਸਾਲ ਜਿਹੜਾ ਅਵਾਰਡ ਸੈਰੇਮਨੀ ਕਰਦੇ ਆ ਉਸੇ ਨਵੀਂ ਨੀਡ ਦਾ ਲਾਭ ਲੈਣੇ ਹਰ ਸਾਲ so we have a new needs every year you have got 30 needs as well now you know ਤੇ ਗਿਆਨੀ ਜ਼ੈਲ ਸਿੰਘ ਪ੍ਰੈਜ਼ੀਡੈਂਟ ਸਾਹਿਬ ਉਹਨੇ ਅੱਗੇ ਹੱਥ ਰੱਖਿਆ ਕਹਿੰਦਾ ਬੀਬੀ ਤੋਂ ਕਾਹਤੇ ਰੋ ਰਹੀ ਹੈ ਤੂੰ ਦੇਖਣੀ ਹੈ ਦੇਖ ਇੰਨੀ ਸਾਰੀਆਂ ਮਾਵਾਂ ਬੈਠੀਆਂ ਕੋਈ ਤੇਰੀ ਜਿਹੀ ਮਾਂ ਹੈਗੀ ਇੱਥੇ ਤੇ ਉਹ ਵਰਡ ਦਾ ਪਤਾ ਨਹੀਂ ਮਾਂ ਤੇ ਮੇਰੀ ਫਾਦਰ ਕੀ ਇਫੈਕਟ ਕੀਤਾ ਮੇਰੀ ਮਾਂ ਐ ਸੀ ਐ ਹੋ ਗਈ ਬਿਲਕੁਲ ਤੇ ਵਾਪਸ ਆਈ ਥੱਲੇ ਆ ਕੇ ਬੈਠੀ ਸਾਡੇ ਨਾਲ ਅਸੀਂ ਥੱਲੇ ਬੈਠੇ ਸੀਗੇ ਕਹਿੰਦੀ ਹੁਣ ਤੋਂ ਰੋਣਾ ਧੋਣਾ ਬੰਦ ਦ ਬੈਸਟ ਮੂਮੈਂਟਸ ਇਹ ਵੀ ਮੈਂ ਜਾਣਨਾ ਚਾਹੂੰਗੀ ਕਿ ਇਸ ਬੁੱਕ ਦੇ ਵਿੱਚ ਇਹ ਜੀ ਬਹੁਤ ਸਾਰੀ ਬੁੱਕਸ ਤੁਸੀਂ ਲਿਖੀਆਂ ਕੀ ਕਵਰ ਅਪ ਕੀਤਾ ਹੈ ਨੀਰਜਾ ਬਾਰੇ ਸਾਨੂੰ ਬੜਾ ਲੋਕੀ ਪੁੱਛਦੇ ਸੀਗੇ ਕਿ ਨੀਰਜਾ ਕਿਹੋ ਜਿਹੀ ਸੀਗੀ ਕੀ ਕਰਦੀ ਸੀਗੀ ਬੱਚੀ ਸੀ ਕੀ ਕਰਦੀ ਸੀ ਸੋ ਇਹ ਕਿਤਾਬ ਉੱਤੇ ਹੈ ਜਦੋਂ ਜੰਮੀ ਸੀ ਚੰਡੀਗੜ੍ਹ 'ਚ ਟਿਲ ਸ਼ੀ ਡਾਈਡ ਸਾਰਾ ਜੇ ਕਿੱਸਾ ਹੈਗਾ ਪਰ ਇੰਸੀਡੈਂਟਸ ਹੈਗੇ another very interesting thing is ਕਿ ਲਾਡੋ ਵਿੱਚ ਵੀ ਡਰੈਸ ਨਾ ਜੋ ਸਿਟਿੰਗ ਡਾਊਨ ਸ਼ੀ ਵੁੱਡ ਸਮੂਥ ਦ ਡਰੈਸ ਐਂਡ ਸਿਟ ਡਾਊਨ ਸੋ ਉਹਨੇ ਐਗਜ਼ੈਕਟਲੀ ਉਹੀ ਕੀਤਾ ਐਗਜ਼ੈਕਟਲੀ ਸੇਮ ਥਿੰਗ ਤੇ ਮੇਰੀ ਮਾਂ ਕਹਿੰਦੇ ਇਹ ਤਾਂ ਲਾਡੋ ਹੀ ਹੈਗੀ ਹੈ ਐਂਡ ਇਟਸ ਅ ਫੈਕਟ ਸ਼ੀ ਹੈਜ਼ ਡਨ ਦ ਰੋਲ ਬਿਊਟੀਫੁਲੀ ਯੂ ਨੋ ਬਿਲਕੁਲ ਲਾਡੋ ਹੀ ਲੱਗਦੀ ਸਾਨੂੰ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ ਮੇਰੇ ਪਿੱਛੇ ਤੁਸੀਂ ਇੱਕ ਪਿਕਚਰ ਦੇਖ ਰਹੇ ਹੋ ਇੱਕ ਬਹੁਤ ਹੀ ਖੂਬਸੂਰਤ ਲੜਕੀ ਦੀ ਇਹਨਾਂ ਨੂੰ ਸ਼ਾਇਦ ਹਰ ਕੋਈ ਜਾਣਦਾ ਹੈ ਨੀਰਜਾ ਭਨੋਟ ਫਿਲਮਾਂ ਤੁਸੀਂ ਇਹਨਾਂ 'ਤੇ ਦੇਖ ਚੁੱਕੇ ਹੋ ਅਤੇ ਅਨਫੋਰਚੂਨੇਟਲੀ ਮੈਂ ਕਹਾਂਗੀ ਕਿ ਇਸ ਕੁੜੀ ਨੇ ਦੇਸ਼ ਲਈ ਜਾਨ ਦਿੱਤੀ ਆ ਸਾਰੇ ਤੁਸੀਂ ਇਹਨਾਂ ਦੀ ਸਟੋਰੀ ਜਾਣਦੇ ਹੋ ਸ਼ੀ ਵਾਜ਼ ਅ ਫਲਾਈਟ ਅਟੈਂਡੈਂਟ ਹਾਈਜੈਕ ਦੇ ਵਿੱਚੋਂ ਇਹਨਾਂ ਦੀ ਜਾਨ ਗਈ ਆ ਸਿਰਫ ਪੈਸੇਂਜਰਸ ਨੂੰ ਬਚਾਉਣ ਲਈ ਅਤੇ ਅਫਕੋਰਸ ਇਹਨਾਂ ਦੀ ਫੈਮਿਲੀ ਲਈ ਬਹੁਤ ਪ੍ਰਾਊਡ ਮੂਮੈਂਟ ਹੁੰਦਾ ਹੈ ਜਦ ਕੋਈ ਵੀ ਇਹਨਾਂ ਬਾਰੇ ਗੱਲਬਾਤ ਕਰਦਾ ਹੈ 15 ਅਗਸਤ ਦਾ ਦਿਨ ਨਜ਼ਦੀਕ ਆ ਜਦ ਵੀ ਕੋਈ ਦੇਸ਼ ਦਾ ਇਹੋ ਜਿਹਾ ਈਵੈਂਟ ਜਾਂ ਓਕੇਜ਼ਨ ਹੁੰਦਾ ਹੈ ਨਾ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ ਆਈ ਫੀਲ ਸੋ ਪ੍ਰਾਊਡ ਕਿ ਇਹਨਾਂ ਦੀ ਫੈਮਿਲੀ ਕੋਲ ਮੈਂ ਆਈ ਆ ਅਤੇ ਇਹਨਾਂ ਦੇ ਜਿਹੜੀ ਨਿੱਜੀ ਜ਼ਿੰਦਗੀ ਆ ਉਹਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਇਹਨਾਂ ਦੇ ਬ੍ਰਦਰ ਅਨੇਸ਼ ਭਨੋਟ ਨਾਲ ਗੱਲਬਾਤ ਕਰਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਸਤਿ ਸ਼੍ਰੀ ਅਕਾਲ ਅਨੀਸ਼ ਜੀ ਥੈਂਕ ਯੂ ਸੋ ਮਚ ਤੁਸੀਂ ਆਪਣਾ ਟਾਈਮ ਦਿੱਤਾ ਨਹੀਂ ਲੈ ਤੁਹਾਡੇ ਲਈ ਤਾਂ ਬਿਲਕੁਲ ਟਾਈਮ ਹੀ ਟਾਈਮ ਹੈ ਵੈਲ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਇੱਕ ਕੁੜੀ ਜੋ ਕਿ ਬਹੁਤ ਸੋਹਣੀ ਆ ਅਤੇ ਉਹਨਾਂ ਦਾ ਜਿਹੜਾ ਕੰਮ ਸੀਗਾ ਉਹਨਾਂ ਤੋਂ ਵੀ ਜ਼ਿਆਦਾ ਖੂਬਸੂਰਤ ਸੀਗਾ ਅਤੇ ਇਫ ਆਮ ਨਾਟ ਰੋਂਗ ਜਦ ਉਹਨਾਂ 'ਤੇ ਫਿਲਮ ਬਣੀ ਸੀਗੀ ਤਾਂ ਨੀਰਜਾ ਦੀ ਮੋਮ ਨੇ ਸੋਰਮ ਨੂੰ ਕਿਹਾ ਸੀਗਾ ਕਿ ਮੇਰੀ ਲਾਡੋ ਤਾਂ ਤੁਹਾਡੇ ਤੋਂ ਵੀ ਜ਼ਿਆਦਾ ਸੋਹਣੀ ਸੀ ਇੱਥੇ ਹੀ ਆਈ ਸੀ ਸੋਨਮ ਇਹ ਘਰ ਦੇ ਇੱਥੇ ਦੀ ਗੱਲ ਹੈਗੀ ਹੈ ਅਤੇ ਮੰਮੀ ਨਾਲ ਬੈਠੀ ਗੱਲਾਂ ਕਰ ਰਹੀ ਸੀ ਅਤੇ ਮੇਰੀ ਮਾਂ ਨੂੰ ਕਿਹਾ ਦੇਖ ਭਈ ਸੋਨਮ ਤੂੰ ਹੋਏਗੀ ਸਟਾਰ ਤੂੰ ਹੋਏਗੀ ਸੋਹਣੀ ਪਰ ਮੇਰੀ ਧੀ ਤੋਂ ਜ਼ਿਆਦਾ ਸੋਹਣੀ ਸੀਗੀ ਅੱਛਾ ਗੁੱਡ ਥਿੰਗ ਇਜ਼
नो पर्सन वुड फील ऑफेंडेड यार की कहता पर सोनम टुक इट वेरी वेल तो जो फिल्म लॉन्च हुई सी तो वी हैड दीज वी वेंट टू वेरियस चैनल्स सोनम हर जगह जाके कहती थी मैं गई थी और रमा आंटी ने मेरे को बोला वेरी स्वीट ऑफ ਵੈਲ ਅੱਜ ਅਸੀਂ ਇੱਥੇ ਆਇਆ ਕਿਉਂਕਿ ਹਰ ਕਿਸੇ ਨੇ ਫਿਲਮ ਦੇਖ ਲਈ ਫਿਲਮ ਦਾ ਆਪਣਾ ਪਹਿਲੂ ਸੀਗਾ ਉਹਨਾਂ ਦਾ ਮੋਟਿਵ ਸਿਰਫ ਇਹ ਸੀਗਾ ਕਿ ਨੀਰਜਾ ਵਰਗੀ ਕੁੜੀ ਕਿੰਨੀ ਬਰੇਵ ਆ ਸਿਰਫ ਲੋਕਾਂ ਨੂੰ ਇਹ ਮੈਸੇਜ ਦੇਣਾ ਸੀਗਾ ਬਟ ਆਈ ਪਰਸਨਲੀ ਫੀਲ ਕਿ 15 ਅਗਸਤ ਇਜ਼ ਆਲਸੋ ਨੀਅਰ ਤੇ ਇਹ ਜਿਹੇ ਲੋਕਾਂ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਹੈ ਬਟ ਆਈ ਥੋਟ ਕਿ ਕਿਉਂ ਨਾ ਇਸ ਵਾਰ ਉਹਨਾਂ ਦੀ ਫੈਮਿਲੀ ਨਾਲ ਜਾ ਕੇ ਇਹ ਜਾਣਿਆ ਜਾਵੇ ਕਿ ਪਰਸਨਲ ਲਾਈਫ ਦੇ ਵਿੱਚ ਥੈਂਕ ਯੂ ਸੋ ਮਚ ਪਰਸਨਲ ਲਾਈਫ ਦੇ ਵਿੱਚ ਨੀਰਜਾ ਕਿਹੋ ਜਿਹੀ ਸੀ ਨੀਰਜਾ ਸੀਗੀ ਦਲੇਰ ਓਕੇ ਜੰਮੀ ਚੰਡੀਗੜ੍ਹ ਹੀ ਸੀਗੀ ਤੇ ਬੜੇ ਇੰਟਰਸਟਿੰਗ ਕਿਸੇ ਸਾਡੇ 16 ਸੈਕਟਰ ਹਸਪੀਟਲ 'ਚ ਜੰਮੀ ਸੀ ਅਸੀਂ 16 ਸੈਕਟਰ 'ਚ ਰਹਿੰਦੇ ਸੀਗੇ ਅਤੇ ਪੜ੍ਹਦੀ ਉਸ ਸੇਕਰਡ ਹਾਰਟ ਸਕੂਲ ਸੀਗੀ ਅਸੀਂ ਪੜ੍ਹਦੇ ਸੇਂਟ ਜੌਨਸ 'ਚ ਅਤੇ ਡਿਊਟੀ ਲੱਗਦੀ ਸੀ ਕਿ ਇਹਨੂੰ ਸਵੇਰੇ ਡਰੋਪ ਕਰਨਾ ਪਿਕਅਪ ਕਰਨਾ ਸਾਈਕਲਾਂ ਜਾਂਦਾ ਤਦ ਅਤੇ ਤਦ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੁੰਦਾ ਸੀ ਚੰਡੀਗੜ੍ਹ 'ਚ ਕਿ ਹਵਾ ਕਿਸ ਸਾਈਡ ਹੈ ਫੋਰ ਕੇ ਅਗੇਂਸਟ ਕਿਉਂਕਿ ਜਦ ਸਾਈਕਲ ਚਲਾਉਂਦੇ ਹੋ ਨਾ ਫੋਰ ਅਗੇਂਸਟ ਬੜਾ ਫਰਕ ਪੈਂਦਾ ਉਹਦੇ ਨਾਲ ਸੋ ਅਸੀਂ ਦੋਨੋਂ ਭਰਾ 'ਚ ਆਲਵੇਜ਼ ਝਗੜਾ ਹੁੰਦਾ ਸੀ ਕੌਣ ਲੈ ਕੇ ਜਾਊਗਾ ਇਹਨੂੰ ਭਾਰ ਕੌਣ ਚੱਕੂਗਾ ਸੋ ਸਾਡੀ ਡਿਊਟੀ ਲੱਗਦੀ ਅਖਿਲ ਮੇਰਾ ਭਰਾ ਇਹਨੂੰ ਡਰੋਪ ਕਰਦਾ ਸੀ ਉਹਦੇ ਸ਼ਾਮ ਨੂੰ ਮੈਂ ਪਿਕਅਪ ਕਰਨਾ ਹੁੰਦਾ ਸੀ ਸ਼ਾਮ ਦਾ ਟਾਈਮ ਸਭ ਤੋਂ ਖਰਾਬ ਹੁੰਦਾ ਗਰਮੀਆਂ ਦੇ ਦਿਨ ਧੁੱਪ ਵਿੱਚ ਤੁਸੀਂ ਲੱਗੇ ਹੋਏ ਹੋ ਸੋ ਪਰ ਲਾਡੋ ਘਰ ਵਿੱਚ ਨਾ ਅਸੀਂ ਦੋ ਭਰਾ ਇੱਕ ਭੈਣ ਸੀ ਉਹ ਸਭ ਤੋਂ ਛੋਟੀ ਸੀ ਉਹ ਪਰ ਘਰ ਚੱਲਦੀ ਸਿਰਫ ਉਹਦੀ ਸੀਗੀ ਅਤੇ ਚੰਡੀਗੜ੍ਹ 'ਚ ਨਹੀਂ ਬੰਬੇ ਵੀ ਗਏ ਸਾਡੇ ਕੋਲ ਫੀਟ ਕਾਰ ਹੁੰਦੀ ਸੀਗੀ ਅਤੇ ਜੇ ਅਸੀਂ ਗੱਡੀ ਚਾਹੀਦੀ ਹੋਵੇ ਤਾਂ ਮੇਰਾ ਪਿਓ ਪਹਿਲੇ ਲਾਡੋ ਨੂੰ ਪੁੱਛਦਾ ਤੈਨੂੰ ਚਾਹੀਦੀ ਗੱਡੀ ਜੇ ਲਾਡੋ ਕਹੇ ਨਾ ਫਿਰ ਸਾਨੂੰ ਮਿਲਦੀ ਸੀ ਨਹੀਂ ਤਾਂ ਥੈਂਕ ਯੂ ਵੈਰੀ ਮਚ ਚਲੋ ਟੈਕਸੀ ਉੜ ਕੇ ਜਾਓ ਸੋ ਬੜੀ ਦਲੇਰ ਸੀ ਸੋ ਮਤਲਬ ਉਸ ਦਲੇਰ ਕੁੜੀ ਦੀ ਜਿਵੇਂ ਉਹਨੇ ਉੱਥੇ ਹੌਸਲਾ ਦਿਖਾਇਆ ਸੀਗਾ ਫਲਾਈਟ ਦੇ ਵਿੱਚ ਉਵੇਂ ਹੀ ਘਰ ਦੇ ਵਿੱਚ ਵੀ ਚੱਲਦੀ ਸੀਗੀ ਬਿਲਕੁਲ ਸ਼ੁਰੂ ਤੋਂ ਹੀ ਅਤੇ ਉੱਥੇ ਹੀ ਜਦੋਂ ਵਿਆਹ ਹੋਇਆ ਉਹਦਾ ਅਤੇ ਬੇਸਿਕਲੀ ਅਸੀਂ ਹੈਗੇ ਐਂਟੀ ਡੋਰੀ ਫੈਮਿਲੀ ਹਾਲਾਂਕਿ ਦੋ ਭਰਾ ਹੈਗੇ ਅਤੇ ਇੱਕ ਭੈਣ ਹੈ ਫਿਰ ਵੀ ਅਸੀਂ ਐਂਟੀ ਡੋਰੀ ਹੈ ਅਤੇ ਜਦੋਂ ਵਿਆਹ ਦਾ ਅਰੇਂਜ ਮੈਰਿਜ ਸੀਗੀ ਅਤੇ ਮੈਟਰੀਮੋਨੀਅਲ ਐਡ ਦੇ ਥਰੂ ਜਦੋਂ ਬੰਦਾ ਘਰ ਆਇਆ ਅਸੀਂ ਪਹਿਲੀ ਚੀਜ਼ ਉਹਨੂੰ ਇਹ ਦੇ ਕੋਈ ਐਕਸਪੈਕਟ ਨਹੀਂ ਕੁਛ ਨਹੀਂ ਦਿੰਦੇ ਸੀ ਅਤੇ ਉਹ ਕਹਿੰਦਾ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਸਾਨੂੰ ਤਾਂ ਉਹ ਨੋਰਮਲ ਡਾਇਲੋਗ ਮਾਰਦਾ ਦੋ ਕੱਪੜੇ ਨਾਲ ਭੇਜ ਦਿਓ ਜੀ ਬਸ ਉਹ ਕੰਮ ਕਰਦਾ ਸੀ ਮਰੀਨ ਇੰਜੀਨੀਅਰ ਸੀਗਾ ਅਤੇ ਸ਼ਾਰਜਾ ਕੰਮ ਕਰਦਾ ਸੀਗਾ ਅਤੇ ਜਦੋਂ ਲਾਡੋ ਗਈ ਉੱਥੇ ਲਾਡੋ ਕਹਿੰਦੇ ਸੀ ਨੀਰਜਾ ਘੱਟ ਹੀ ਕਹਿੰਦੇ ਲਾਡੋ ਗਈ ਉੱਥੇ ਅਤੇ ਉਹਨੇ ਤੰਗ ਕਰਨਾ ਸ਼ੁਰੂ ਕਰਤਾ ਪੈਸੇ ਲਿਆ ਪੈਸੇ ਲਿਆ ਪੈਸੇ ਲਿਆ ਨੀਰਜਾ ਦਾ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਸੀਗੀ ਉਹਨਾਂ ਨੇ ਬਹਾਨਾ ਮਾਰਿਆ ਇੱਕ ਮਹੀਨੇ ਬਾਅਦ ਕਿ ਮੇਰਾ ਇੱਕ ਕੰਟਰੈਕਟ ਹੈਗਾ ਉਹ ਫਿਲਫਿਲ ਕਰਕੇ ਪੈਸੇ ਮਿਲਣੇ ਬੜੇ ਉਹਦੇ 'ਚੋਂ ਤਦ ਉਹਨੇ ਜਾਣ ਦਿੱਤਾ ਵਾਪਸ ਅਤੇ ਉਹ ਬੰਦਾ ਇੰਨਾ ਗੰਦਾ ਸੀਗਾ ਉਹ ਜਦੋਂ ਪਾਈ ਘਰ ਵਾਪਸ ਅਤੇ ਨਾਲ ਇੱਕ ਬਿੱਲ ਲੈ ਕੇ ਆਈ ਕਿ ਜੀ ਮੈਂ ਸ਼ਾਰਜਾ ਤੋਂ ਉਹਨੂੰ ਏਅਰਪੋਰਟ ਡਰੋਪ ਕੀਤਾ ਉਹਦੇ ਇੰਨੇ ਪੈਸੇ ਉੱਥੇ ਚਾਹ ਪਲਾਈ ਉਹਦੇ ਇੰਨੇ ਪੈਸੇ ਆਹ ਚੀਜ਼ਾਂ ਖਰੀਦੀਆਂ ਸਾਡੇ ਪੇਰੈਂਟਸ ਵਾਸਤੇ ਇਹਦੇ ਪੈਸੇ ਅਤੇ ਉਹਦਾ ਡਾਇਲੋਗ ਸੀਗਾ ਮੇਰੀ ਭੈਣ ਨੂੰ ਕਿ ਈਵਨ ਅ ਪੂਅਰ ਮੈਨ ਗਿਵ ਸਮਥਿੰਗ ਟੂ ਹਿਜ਼ ਡਾਟਰ ਇਨ ਮੈਰਿਜ ਓਕੇ ਐਨੀਵੇ ਉਹਨੇ ਆ ਕੇ ਵਾਪਸ ਕਿਹਾ ਜੀ ਮੈਂ ਨਹੀਂ ਜਾਣਾ ਵਾਪਸ ਅਤੇ ਅਸੀਂ ਕਿਹਾ ਠੀਕ ਹੈ ਨਹੀਂ ਜਾਣਾ ਨਾ ਜਾ ਯਾਰ ਜ਼ਿੰਦਗੀ ਤੇਰੀ ਹੈਗੀ ਹੈ ਅਤੇ ਐਜ਼ ਅ ਫੈਮਿਲੀ ਵੀ ਸਟੂਡ ਬਾਈ ਹਰ ਸੈਟ ਡਨ ਅਤੇ ਉਹਦੇ 'ਚ ਇਨਫੈਕਟ ਮੇਰਾ ਓਪੀਨੀਅਨ ਟੂ ਐਵਰੀਬਡੀ ਇਜ਼ ਕਿ ਇਫ ਯੋਰ ਡਾਟਰ ਗੈਟਸ ਮੈਰਿਡ ਇਹ ਨਹੀਂ ਤੁਸੀਂ ਉਹਨੂੰ ਭੁੱਲ ਜਾਓ ਯਾਰ ਕਿ ਹੁਣ ਤਾਂ ਵਿਆਹ ਹੋ ਗਿਆ ਹੁਣ ਤਾਂ ਉਹ ਜਾਣੇ ਆਪਣੇ ਸ਼ੀ ਇਜ਼ ਵੈਰੀ ਮਚ ਅ ਪ੍ਰੋਪਰਟੀ ਸ਼ੀ ਇਜ਼ ਯੋਰ ਐਸਟ you cannot afford to let her away, so you must support her. Anyway, that was Neerja. And ਦਲੇਰ ਮਤਲਬ ਸੁਪਰ ਦਲੇਰ ਇਹਦਾ ਬੜਾ ਇੰਟਰਸਟਿੰਗ ਕਿੱਸਾ ਇੱਕ ਵਾਰੀ ਕੀ ਹੋਇਆ ਅਸੀਂ ਰਹਿੰਦਾ ਸੀ ਬੈਂਡਰਾ ਈਸਟ ਕਰਕੇ ਜਗ੍ਹਾ ਬੰਬੇ 'ਚ ਅਤੇ ਮੇਰਾ ਭਰਾ ਕੰਮ ਕਰਦਾ ਸੀ ਫੋਰਟ ਵਿੱਚ ਅਤੇ ਸਵੇਰੇ ਸਕੂਟਰ ਜਾਂਦਾ ਸੀਗਾ ਅਤੇ ਲਾਡੋ ਪੜ੍ਹ ਰਹੀ ਸੀ ਸੇਂਟ ਜ਼ੇਵੀਅਰਸ ਕਾਲਜ ਵਿੱਚ ਫੋਰਟ ਵਿੱਚ ਹੀ ਸੀਗਾ ਕੋਲ ਹੀ ਸੀਗਾ ਬਿਲਕੁਲ ਅਤੇ ਕਦੇ ਕਦੇ ਉਹ ਲਿਫਟ ਲੈ ਲੈਂਦੀ ਹੈ ਨੋਰਮਲੀ ਤਾਂ ਆਪਾਂ ਟ੍ਰੇਨ 'ਚ ਜਾਂਦੇ ਸੀ ਬੰਬੇ ਤਾਂ ਟ੍ਰੇਨ ਦਾ ਕਲਚਰ ਹੈ ਅਤੇ ਉਹ ਕਦੀ ਕਹਿੰਦੀ ਕਿ ਚਲੋ ਮੈਂ ਅਖਿਲ ਨਾਲ ਚੱਲਦੀ ਹਾਂ ਗੱਪਾਂ ਮਾਰਦੇ ਚੱਲਦੇ ਗਏ ਕਿਉਂਕਿ ਇਟ ਵਾਸ ਟੇਕ ਅਬਾਊਟ 1.5 hours ਟੂ ਰੀਚ ਦ ਪਲੇਸ ਸੋ ਇੱਕ ਦਿਨ ਬੈਠੇ ਸਵੇਰੇ ਚੱਲੀਏ ਇੱਕ ਜਗ੍ਹਾ ਰਸਤੇ ਮਾਹਿਮ ਕ੍ਰੋਸ ਕਰ ਰਹੇ ਸੀ ਨਾ ਅਤੇ ਦੇਖਿਆ ਇੱਕ ਬੰਦਾ ਇੱਕ ਔਰਤ ਨੂੰ ਫੜ ਕੇ ਕੁੱਟ ਰਿਹਾ ਇਹਨੇ ਅਖਿਲ ਰੋਕ 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 ਸਕੂਟਰ ਰੁਕਿਆ ਉੱਤਰ ਕੇ ਭੱਜੀ ਉਹਦੇ ਕੋਲ ਜਾ ਕੇ ਉਹਦਾ ਹੱਥ ਫੜ ਲਿਆ ਅਤੇ ਕਹਿੰਦੀ कैसे मार रहे हो तुम उसको अच्छा वो बंदा छुदाई है कहता मार रहा हूँ तेरे को क्या है तो ਜਿਹਨੂੰ ਕੁੱਟ ਰਿਹਾ ਸੀ ਉਹ ਜੰਨਾ ਹੀ ਨਹੀਂ ਉਹ ਉੱਥੇ ਕਰ ਕਹਿੰਦੀ ये मेरा मर्द है मार रहा तेरे को क्या है वो लाडो को बोलती है तो मैं अखिल पे पहुँच गया उधर
ਤਾਂ ਅੱਖਾਂ ਬੜੀ ਮੁਸ਼ਕਿਲ ਨਾਲ ਉਹਨੂੰ ਉੱਥੇ ਲੋਕੀ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕੀ ਬੜੀ ਅੱਖਾਂ ਨੇ ਬੜੀ ਮੁਸ਼ਕਿਲ ਨਾਲ ਉਹਨੂੰ ਸਕੂਟਰ 'ਤੇ ਬਿਠਾਇਆ, ਤੁਰ ਗਏ ਅਤੇ ਪੂਰੇ ਰਸਤੇ ਕੋਈ ਗੱਲ ਨਹੀਂ ਕੀਤੀ। ਸ਼ਾਮ ਦੇ ਟਾਈਮ ਘਰ ਬੈਠੇ ਅਤੇ ਅਖਿਲ ਨੇ ਉਹਨੂੰ ਪੁੱਛਿਆ, ਲਾਡੋ ਤੂੰ ਇਹ ਕੀ ਕੀਤਾ ਸਵੇਰੇ ਯਾਰ? ਕਹਿੰਦੀ ਨਹੀਂ, ਉਹ ਕਿੱਦਾਂ ਮਾਰ ਸਕਦਾ ਉਹਨੂੰ? ਕਹਿੰਦੇ ਪਰ ਦੇਖ ਆ ਪਾਸਾ ਆਪਣੇ ਪੁੱਠੇ ਪੈ ਗਿਆ, ਆਪਾਂ ਉਹ ਤਾਂ ਸਾਨੂੰ ਕੁੱਟਣ ਦੇ ਉੱਤੇ ਰਹੇ ਸੀ। ਅਤੇ ਕਹਿੰਦੀ ਨਹੀਂ, ਪਰ ਮੈਂ ਇੱਦਾਂ ਨਹੀਂ ਹੋਣ ਦੇਣੀ। ਅਤੇ ਅਖਿਲ ਕਹਿੰਦਾ ਯਾਰ ਤੂੰ ਇੱਦਾਂ ਦੀ ਗੱਲਾਂ ਕਰੇਂਗੀ, ਇਹ ਜੇ ਇੱਦਾਂ ਦੀ ਕਰੇਂਗੀ ਤਾਂ ਉੱਥੇ ਜ਼ਿੰਦਗੀ ਤਾਂ ਰਹਿਣੀ ਨਹੀਂ ਹੈਗੀ ਕੁਛ। ਅਤੇ ਉਹ ਛੋਟੀ ਜਿਹੀ ਸੀਗੀ, ਮੇਰੇ ਖਿਆਲ ਕਾਲਜ ਸੀਗੀ। ਕੀ ਕਹਿੰਦੀ ਮੇਰੇ ਭਰਾ ਨੂੰ? ਕਹਿੰਦੀ ਦੇਖੋ ਅਖਿਲ, ਇਹ ਜ਼ਿੰਦਗੀ ਦਾ ਕੀ ਪਤਾ, ਇਹ ਭਾਵੇਂ ਇੱਕ ਦਿਨ ਦੀ ਹੈ, ਭਾਵੇਂ ਐਂਡ ਸ਼ੀ ਸਟਾਰਟਡ ਕਲਿਕਿੰਗ ਅ ਫਿੰਗਰ, 2 ਦਿਨ ਦੀ ਹੈ, 10 ਸਾਲ ਦੀ ਹੈ, 15 ਸਾਲ ਦੀ। ਜਿਹਦੀ ਵੈਲਿਊ ਹੀ ਕੋਈ ਜ਼ਿੰਦਗੀ ਦਾ, ਉਹਦੇ ਮੈਂ ਪ੍ਰਿੰਸੀਪਲ ਕਾਹਦੇ ਤੋੜਦਾ ਵਾਂ? ਐਂਡ ਦੈਟ ਇਜ਼ ਵਾਟ ਹੈਪਨ ਇਨ ਦ ਹਾਈਜੈਕ। ਉਹਨੇ ਆਪਣੀ ਜ਼ਬਾਨ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ। ਜਦੋਂ ਦਰਵਾਜ਼ੇ ਖੁੱਲ੍ਹੇ ਹੋਣੇ, ਉਹ ਖੁਦ ਜੰਪ ਮਾਰ ਕੇ ਭੱਜ ਜਾਂਦੀ, ਪਹਿਲੀ ਜੰਪ ਮਾਰ ਕੇ ਭੱਜ ਜਾਂਦੀ, ਪਰ ਨਹੀਂ, ਖੜੀ ਉੱਥੇ ਲੋਕਾਂ ਨੂੰ ਕਹਿ ਰਹੀ ਚਲੋ ਬਾਹਰ, ਬਾਹਰ ਨਿਕਲੋ, ਬਾਹਰ ਨਿਕਲੋ। ਅਤੇ ਜਿਹੜੇ 3 ਬੱਚੇ ਸੀ ਅਨਕੰਪਲੀਟ ਚਿਲਡਰਨ ਸੀਗੇ, ਪੇਰੈਂਟਸ ਨਾਲ ਸੀਗੇ, ਨਾਲ ਨਹੀਂ ਸੀਗੇ, ਉਹਨੂੰ ਕਵਰ ਕੀਤਾ ਨਾ। ਜਦੋਂ ਗੋਲੀ ਮਾਰਨਾ ਹਾਈਜੈਕਰ, ਉਹਨੂੰ ਕਵਰ ਕੀਤਾ, ਉਹਦੇ 'ਚ ਗੋਲੀਆਂ ਲੱਗੀਆਂ, ਉਹਨੂੰ ਮਾਰ ਗਈ ਉਹਦੇ 'ਚ। ਸੋ ਪਰ ਆਈ ਐਮ ਸ਼ੋਰ ਉਹ ਰਿਗਰੈਟ ਨਹੀਂ ਕਰੇਗੀ ਇਹਦਾ ਕਿ ਮੈਂ ਜ਼ਿੰਦਗੀ ਆਪਣੀ ਦਿੱਤੀ ਅਤੇ ਚਲੋ ਕੋਈ ਚੰਗੇ ਲਈ ਕੀਤੀ, ਦੂਜਿਆਂ ਦੇ ਲੋਕ ਜੋ ਜਾਨ ਬਚਾ ਲਈ ਕੀਤੀ। ਸੋ ਇਸ ਕਾਰਨ ਐਜ਼ ਅ ਫੈਮਿਲੀ ਅਸੀਂ ਉਹਨੂੰ ਕੰਸੀਡਰ ਨਹੀਂ ਕਰਦੇ ਕਿ ਡੈਡ ਹੈ। ਕਿਉਂਕਿ ਇਫ ਯੂ ਸਮਬਡੀ ਯੂ ਡਾਈਡ ਸੇਵਿੰਗ ਸਮਬਡੀ, ਤਾਂ ਥੋੜ੍ਹੀ ਮਰੇ ਥੋੜ੍ਹਾ ਤੁਸੀਂ ਜਿੰਦਾ। ਅਤੇ ਹਰ ਸਾਲ ਜਿਹੜਾ ਅਵਾਰਡ ਸੈਰੇਮਨੀ ਕਰਦੇ ਹੈ, ਉਹ 'ਚ ਨਵੀਂ ਨੀਡ ਦਾ ਲਾਭ ਲੈਂਦੇ ਹਰ ਸਾਲ। ਸੋ ਵੀ ਹੈਵ ਅ ਨਿਊ ਨੀਡਸ ਐਵਰੀ ਈਅਰ। ਯੂ ਹੈਵ ਗੋਟ 30 ਨੀਡਸ ਐਸ ਟੂ ਨਾਓ, ਯੂ ਨੋ। ਸਵੀਟ, ਮੈਨੂੰ ਸੀਰੀਅਸਲੀ ਗੂਜ਼ ਬੰਪਸ ਆ ਰਿਹਾ ਹੈ ਸੁਣ ਕੇ। ਐਜ਼ ਅ ਬ੍ਰਦਰ, ਐਜ਼ ਅ ਫੈਮਿਲੀ, ਤੁਸੀਂ ਉਸ ਟਾਈਮ ਜਦ ਪਤਾ ਲੱਗਿਆ ਕਿ ਮੇਰੀ ਭੈਣ ਮੇਰੇ ਨਾਲ ਨਹੀਂ ਆ, ਭਾਵੇਂ ਬਹੁਤ ਚੰਗੇ ਕੰਮ ਲਈ ਕਿਸੇ ਨੂੰ ਸੇਵ ਕਰਨ ਲਈ ਉਹ ਗਈ ਆ, ਕੀ ਰਿਐਕਸ਼ਨ ਸੀ? ਮਤਲਬ ਕੀ ਸੀ? ਦੋਜ਼ ਦਾ ਡੇਜ਼ ਜਦ ਤੱਕ ਖਬਰਾਂ ਬੜੀ ਮੁਸ਼ਕਿਲ ਹੁੰਦੀ ਸੀ। ਇੰਟਰਨੈਟ ਤਾਂ ਹੁੰਦਾ ਨਹੀਂ ਸੀਗਾ, ਟੀ ਵੀ ਚੈਨਲ ਹੁੰਦੇ ਨਹੀਂ ਸੀਗੇ, ਸਿਰਫ ਦੂਰਦਰਸ਼ਨ ਹੁੰਦਾ ਸੀ, ਉਹ ਵੀ ਸ਼ਾਮ ਨੂੰ ਸਿਰਫ ਚੱਲਦਾ ਸੀ। ਤੋ ਮੈਂ ਕੰਮ ਕਰਦਾ ਸੀ ਕੈਪਟਨ ਦੀ ਏਜੰਸੀ 'ਚ, ਮੇਰਾ ਬ੍ਰਦਰ ਕੰਮ ਕਰਦਾ ਸੀ ਫੋਰਟ ਵਿੱਚ ਕੰਪਨੀ 'ਚ, ਮੇਰੇ ਫਾਦਰ ਹਿੰਦੁਸਤਾਨ ਟਾਈਮਸ ਵਿੱਚ ਸੀਗੇ। ਸਭ ਤੋਂ ਪਹਿਲੇ ਮੇਰੇ ਫਾਦਰ ਨੂੰ ਪਤਾ ਚੱਲਿਆ। ਉਹ ਦ ਸੇਮ ਡੇ ਜੈਟ ਵਾਜ਼ ਲॉन्च, जेट एयरवेज वो लॉन्च हुआ था। तो ਉਹਦੀ प्रेस कॉन्फ्रेंस ਸੀਗੀ ताज विच, गेटवे रूम ਉੱਥੇ। तो मैं फादर उसके लिए गए थे एंड देयर द रॉयटर्स का जर्नलिस्ट कॉल्ड देव वरम। दोपहर का टाइम सी, टोल्ड माई फादर के जनरली गल्लां कि अभी टिकर पे एक मैसेज आया है, कोई प्लेन हाईजैक हो गया कोई आज। ओके, सो वी नेवर कनेक्टेड, ही नेवर कनेक्टेड के देन ड्यूरिंग द लंच ओनली दे सेड अच्छा दो द पैन एम प्लेन, सुबह बॉम्बे से गया था। सो देन माई फादर सेड ये तो लाडो का प्लेन ही है। सो देन इन हिंदुस्तान लीवर देयर इज अ फ्रेंड ऑफ आवर्स, ही वाज द कम्युनिकेशन हेड कॉल्ड इरफान खान। ओके, ही टोल्ड माई फादर आप इधर आके हमारे ऑफिस में बैठो बिकॉज वी विल गेट इन्फॉर्मेशन फ्रॉम पाकिस्तान यूनिलीवर कि क्या हो रहा उधर। कराची में था वो भी। सो माई फादर वेंट इन दिस थिंग एंड ही कॉल्ड अस अप कि ऐसा हो गया। माई ब्रदर इमीडिएटली लेफ्ट एंड वेंट होम बिकॉज माई मदर वॉज एट होम। मैं बोला यार मैं जाके करूँगा, मैं पूरा दिन लेट मी सिट हेयर ओनली। मैं काम करता था, अपना काम कंप्लीट करके मैं शाम को घर गया। माई फादर केम होम एट अबाउट 9 o'clock एंड वी आर सिटिंग इन द बेडरूम, सारे एक ही कमरे में बैठे थे, पता चल नहीं रहा कुछ। सडनली दूरदर्शन पे रात को 10 बजे के आसपास एक छोटा सा आइटम आया कि गन फायर हर्ड इन द पैन एम प्लेन। तो हमने ताज में फ़ोन किया, अपना पैन एम के ऑफिस में, पैन एम का ऑफिस होता ताज में, मैंने ही फ़ोन किया था इनफैक्ट। तो जब हम किया ना, तो मैं बोलूँ कहना है बता सकते हो नीचा के क्या हुआ? तो वो देवर कीवन ट्रांसफर मी टू ऑनलाइन टू द अदर। 5 मिनट में ट्रांसफर ही करते रहे। आफ्टर 5 मिनट ना एक बंदा आया, बोलता है सॉरी शी इज़ नो मोर। तो मैं फ़ोन रख दिया। तो मैं बोला शी इज़ नो मोर एंड जनरल रिएक्शन। पर ह्यूमन माइंड का ना नेवर बिलीव्स, नेगेटिव न्यूज़ कभी मानता ही नहीं है। मैं दोबारा ताज में फ़ोन किया, पैन एम में। मैं बोला आर यू श्योर? इस बार ही फट आ गया लाइन पे, बोला यू श्योर? ही सेड वी आर एब्सोल्युटली श्योर। ठीक है जी। सो रात हो गई थी, वेंट टू स्लीप, वट आई वाज स्लीप टू गेट। अगले दिन मॉर्निंग वी वेंट टू द एयरपोर्ट, क्योंकि प्लेन ने वापस आना कॉफिन्स लेके, बट प्लेन टुक 2 days टू कम। तो 2 दिन हम एयरपोर्ट में बैठे रहे। ओके, सो व्हेन द प्लेन केम, कॉफिन आया शाम के टाइम पे। तो कॉफिन जब ये एयर से ट्रांसपोर्ट करते हैं, वो सील कर देते हैं। तो पहले उसको कॉफिन को अनसील करना था। तो मेरी ड्यूटी लगी कि तू जाके बैंड्रा में एक कॉफिन मेकर है, उसे जाके खुलवा के जा। सो जो एयरपोर्ट से फ्यूनरल वैन में मैं गया लेके।
तो देखो ह्यूमन माइंड ऐसा है, मैं सोच रहा था खोले शायद कोई और निकले अंदर, एंड व्हेन दे ओपनड इट एंड देयर शी वाज, ऐसा लग रहा सो रही है, नो लाइक ऑल व्हेन पीपल डाई दे लुक एट द स्लीपिंग एंड सो रही है. सो एनीवे, अच्छा बड़ी इंटरेस्टिंग चीज़ हुई. हम घर गए ना, बैंड्रा ईस्ट में रहते थे हम उधर गए, पार्क किया तो बड़ी भीड़ है यार, पता नहीं कहाँ से लोग आ गए, एंड सो ऑर्गेनाइज, दे ऑल इन अ सिंगल लाइन दे केम इन साइड द हाउस, चक्कर मारा बॉडी का एंड दे वेंट अवे. कौन थे, कहाँ से थे, और नेबर्स ऑब्वियसली जो बिल्डिंग के आसपास में, पर वेरी डिसिप्लिन्ड, सो नाइस. एंड सेम थिंग हैपेंड व्हेन वी वेंट टू नासिक विद दी, वो अस्थियाँ देते हैं ना, तो यू नो ऑल दी पांडादार, तो गए तो आओ जी आओ जी आओ जी, तो बैठ गए उधर. उसने लगाया, बोला किसका ये, हुज इज, नीचा. नीचा कौन, एयर होस्टेस. हाँ जी. दैट पांडा रिफ्यूज टू टेक एनी मनी फ्रॉम अस. कहता तो देवी थी, हमको क्या पैसा लेना है, ਅਸੀਂ नहीं पैसे लेने. एंड सेम थिंग हैपेंड विद किरिया. जो पंडित उधर से आया था, आर्य समाज जी हम, तो आर्य समाज से पंडित आया था, वो उसने पता नहीं क्या क्या बोला, जो हम सारे ऐसे थे वो ऐसे हो गए उसके बोलने से. एंड इट वॉज जस्ट फैंटास्टिक. I can see the emotions in your eyes. I can feel that. जब भी award ceremony ਹੁੰਦੀ ਆ ਹਰ ਸਾਲ, I guess ਇੱਕ ਕਿੱਸਾ ਸੀਗਾ ਜਦ your mother was, she was sad, she was in grief. ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ award ਕਿਵੇਂ ਲਈਏ. ਸੋ ਇਹ ਜਿਹੇ ਕੀ words ਸੀਗੇ ਜਿਨ੍ਹਾਂ ਨੂੰ ਸੁਣ ਕੇ ਉਹ ਕਾਫੀ ਪ੍ਰਾਊਡ ਹੋ ਗਏ ਸੀ. ਇਹ ਅਸ਼ੋਕ ਚੱਕਰ ਹੈ, ਜਦੋਂ ਅਸ਼ੋਕ ਚੱਕਰ ਮਿਲਿਆ ਨਾ, ਅਸ਼ੋਕ ਚੱਕਰ ਕਿੱਥੇ ਮਿਲਦਾ, ਰਿਪਬਲਿਕ ਡੇ ਪਰੇਡ 'ਚ ਮਿਲਦਾ. ਓਕੇ, ਸੋ ਬੇਸਿਕਲੀ ਦਾ ਪ੍ਰੈਜ਼ੀਡੈਂਟ ਇਜ਼ ਸਿਟਿੰਗ ਅਪਸਟੇਅਰਸ, ਤੁਸੀਂ ਪਹਿਲੇ ਥੱਲੇ ਬੈਠਦੇ ਹੋ, ਫਿਰ ਉੱਤੇ ਜਾਂਦੇ ਸਟੈਪਸ ਵਿੱਚ, ਦ ਲੌਂਗ ਨੰਬਰ ਆਫ ਸਟੈਪਸ. ਤੇ ਮੇਰੇ ਫਾਦਰ ਨੇ ਕਿਹਾ ਮੇਰੀ ਮਦਰ ਜਾ ਕੇ ਲਏਗੀ. तो मैं मदर वेंट अप, दुखी डिप्रेस्ड, जाके सामने खड़ी होगी प्रेसिडेंट दे. तो साइड हम पढ़ते हैं, उस साइड पढ़ते हैं, नी जाओ देश नहीं जा, ये क्यों हुआ. तो उन्हें अखा च आंसू निकल गए. तो ज्ञानी जैल सिंह प्रेसिडेंट था, उन्हें अगे हाथ रखा, कहता बीबी तो कहते रो रही हैं, तो देखा नहीं है, देख नहीं सारिया मावां बैठी हैं, कोई तेरी जगह माँ हैगी इत्थे. तो वो वर्ड ने पता नहीं माँ तक मेरी फादर की फिट किया, मेरी माँ ऐ सी ऐ हो गई बिल्कुल. तो वापस आई थले आके बैठी साडे नाल, ਅਸੀਂ ਥੱਲੇ ਬੈਠੇ ਸੀਗੇ. ਕਹਿੰਦੀ ਹੁਣ ਤੋਂ ਰੋਣਾ ਧੋਣਾ ਬੰਦ, ਕਿ ਮੇਰੀ ਜਿਹੋ ਜਿਹੀ ਧੀ ਕੋਈ ਸੀਗੀ ਨਹੀਂ. ਅਤੇ ਉਸ ਤੋਂ ਬਾਅਦ ਕਦੇ ਉਹ ਫਿਰ ਦਿਸ ਸਿੰਘ ਕਦੇ ਉਹ ਫਿਰ ਦੁਬਾਰਾ ਉਹ ਡਿਪਰੈਸ ਨਹੀਂ ਹੋਈ, ਖੁਸ਼ ਰਹਿੰਦੀ ਸੀ ਪੂਰੇ ਦਿਨ. ਅਤੇ ਮੈਂ ਤਾਂ ਉਹਨੂੰ ਬੁੜੀਆ ਕਹਿੰਦਾ ਸੀ, ਬੁੜੀਆ ਕਿਆ ਹਾਲ ਹੈ. ਵੈਰੀ ਬਿਊਟੀਫੁਲ, ਬਹੁਤ ਚੰਗਾ ਲੱਗ ਰਿਹਾ. ਅਤੇ ਇਹ ਵੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਅਨੀਸ਼ ਜੀ ਨੇ ਬੁੱਕ ਲਿਖੀ ਆ ਆਪਣੀ ਸਿਸਟਰ ਲਈ, ਆਈ ਥਿੰਕ ਦ ਬੈਸਟ ਮੂਮੈਂਟਸ. ਇਹ ਵੀ ਮੈਂ ਜਾਣਨਾ ਚਾਹੂੰਗੀ ਕਿ ਇਸ ਬੁੱਕ ਦੇ ਵਿੱਚ, ਇਹੋ ਜਿਹੀ ਬਹੁਤ ਸਾਰੀ ਬੁੱਕਸ ਤੁਸੀਂ ਲਿਖੀਆਂ, ਕੀ ਕਵਰ ਅਪ ਕੀਤਾ ਹੈ ਨੀਰਜਾ ਬਾਰੇ. ਓਕੇ, ਦੇਖੋ ਜਿਹੜੀ ਮੂਵੀ ਆਈ ਸੀਗੀ, ਮੂਵੀ 'ਚ ਇੰਸੀਡੈਂਟ ਬਾਰੇ ਸੀਗਾ ਕਿ ਕੀ ਹੋਇਆ, ਕਿੱਦਾਂ ਹੋਇਆ, ਬੜਾ ਫੈਕਚੁਅਲ ਸੀਗਾ ਉਹ, ਪਰ ਸੀਗਾ ਇੰਸੀਡੈਂਟ ਬਾਰੇ 'ਚ. ਸਾਨੂੰ ਬੜੇ ਲੋਕ ਪੁੱਛਦੇ ਸੀਗੇ ਕਿ ਨੀਰਜਾ ਕਿਹੋ ਜਿਹੀ ਸੀਗੀ, ਕੀ ਕਰਦੀ ਸੀਗੀ, ਬੱਚੀ ਸੀ, ਕੀ ਕਰਦੀ ਸੀ. ਸੋ ਇਹ ਕਿਤਾਬ ਉੱਤੇ ਹੈ, ਜਦੋਂ ਜੰਮੀ ਸੀ ਚੰਡੀਗੜ੍ਹ 'ਚ ਟਿਲ ਸ਼ੀ ਡਾਈਡ, ਸਾਰਾ ਇਹਦੇ ਕਿੱਸਾ ਹੈਗਾ, ਪਰ ਇੰਸੀਡੈਂਟ ਸੀਗੇ. ਸੋ ਬੁੱਕ ਜਿਹੜੀ ਲਿਖੀ ਦੋ ਤਰੀਕੇ 'ਚ ਲਿਖੀ ਹੋਈ ਹੈ. ਅੱਧੀ ਪਾਰਟ ਹੈ ਜਿਹੜੀ ਸਾਡੇ ਪਹਿਲੇ ਇੰਸੀਡੈਂਟਸ ਹੈ, ਜੋ ਚੰਡੀਗੜ੍ਹ ਹੁੰਦੇ ਸੀ, ਜੰਮੀ ਸੀ, ਸ਼ਿਮਲਾ ਜਾਂਦੇ ਸੀਗੇ, ਮੌਜਾਂ ਕਰਦੇ ਸੀ ਉੱਥੇ, ਅਤੇ ਫਿਰ ਜਦ ਬੰਬੇ ਚਲੇ ਗਏ ਉਹ ਕੀ ਕਰਦੀ ਸੀ, ਉਹਦੀ ਫਰੈਂਡ ਨਾਲ ਕੀ ਕਰਦੀ ਸੀਗੀ. ਫਿਰ ਔਨ ਦਾ ਐਕਚੁਅਲ ਕੇਸ, ਔਨ ਦਾ ਐਕਚੁਅਲ ਫਲਾਈਟ ਦਾ ਜਦ ਹੋਇਆ. ਸੋ ਜਿਹੜੀ ਪਹਿਲੀ ਪਾਰਟ ਆ ਕਿਤਾਬ ਦਾ, ਉਹ ਬੜਾ ਇੰਸੀਡੈਂਟਸ ਹੈਗਾ, ਕਿਸੇ ਹੋਏ ਕੀ ਹੋਇਆ. ਜਿੱਦਾਂ ਅਸੀਂ ਐਗਜ਼ਾਮਪਲ ਜਦੋਂ ਬੰਬੇ ਤੋਂ ਸ਼ਿਫਟ ਕੀਤਾ ਚੰਡੀਗੜ੍ਹ ਤੋਂ ਬੰਬੇ ਸ਼ਿਫਟ ਕੀਤਾ, ਤਾਂ ਅਸੀਂ ਟ੍ਰੇਨ ਹੈ ਫਰੰਟੀਅਰ ਮੇਲ, ਉਹਦੇ 'ਚ ਗਏ ਸੀਗੇ. ਅਤੇ ਸਾਡੇ ਕੋਲ ਕੁੱਤਾ ਹੁੰਦਾ ਸੀ, ਉਹ ਨਾਲ ਸਾਡੇ ਬੈਠਾ ਸੀਗਾ, ਨਾਲ ਹੀ ਗਏ ਸੀ, ਕਿਉਂਕਿ ਫਸਟ ਕਲਾਸ ਕੈਬਨ 'ਚ 4 ਬੰਦੇ ਅਲਾਊਡ, ਤੁਸੀਂ ਕੁੱਤਾ ਆਪਣਾ ਨਾਲ ਲੈ ਕੇ ਜਾ ਸਕਦੇ ਹੋ. ਉਹਦਾ ਨਾਂ ਸੀ ਹਿੱਪੀ. ਤੋ ਕੋਟਾ ਸਟੇਸ਼ਨ 'ਤੇ ਲਾਟੋ ਤੋਂ ਮੈਂ ਥੱਲੇ ਉਤਰੇ, ਉਹਨੂੰ ਨੈਚੁਰਲ ਕੁਝ ਕਰਨਾ ਉਹਨੇ, ਅਤੇ ਟ੍ਰੇਨ ਲੰਬੀ ਰੁਕਦੀ ਸੀ ਉੱਥੇ ਨੇ, ਅਤੇ ਚੇਨ ਬੰਦੀ ਹੋਈ ਸੀ, ਉਹਨੂੰ ਲੈ ਕੇ ਗਏ. ਅਤੇ ਜਦੋਂ ਟ੍ਰੇਨ 'ਤੇ ਵਾਪਸ ਚੜ੍ਹਨ ਲੱਗੇ ਨਾ, ਉਹ ਕਰਕੇ ਆਪਣੀ ਚੇਨ ਛੁਡਾ ਕੇ ਭੱਜ ਗਿਆ. ਅਤੇ ਅਸੀਂ ਦੋਨੋਂ ਪਿੱਛੇ ਓ ਹਿੱਪੀ ਹਿੱਪੀ ਹਿੱਪੀ, ਲੋਕ ਦੇਖ ਰਹੇ, ਹੱਸ ਰਹੇ, ਕੀ ਹੋ ਰਿਹਾ. ਬਟ ਜਸਟ ਇਨ ਟਾਈਮ ਅਸੀਂ ਉਹਨੂੰ ਫੜ ਕੇ ਵਾਪਸ ਲੈ ਆਏ ਦਿਸ ਸਿੰਘ. ਫਿਰ ਇੱਕ ਬੜਾ ਸ਼ਿਮਲਾ ਦਾ ਸਾਨੂੰ ਕਿੱਸਾ ਦੱਸਦਾ. ਸ਼ਿਮਲਾ 'ਚ ਸਾਡਾ ਇੱਕ ਪੈਰੈਂਟਲ ਹਾਊਸ ਹੈਗਾ, ਪੁਰਾਣਾ ਹਾਊਸ, US ਕਲੱਬ ਦੇ ਬਿਲਕੁਲ ਨਾਲ. ਅਤੇ ਅਸੀਂ ਐਵਰੀ ਸਮਰ ਹੋਲੀਡੇਜ਼ ਅਸੀਂ ਉੱਥੇ ਜਾਂਦੇ ਸੀਗੇ ਗਰਮੀਆਂ ਦੀ ਛੁੱਟੀ 'ਚ, ਅਤੇ ਸਾਰੀ ਚਿੰਗਲ ਪੁਟਲੀ ਇਕੱਠੇ ਕਜ਼ਨ ਸਾਰੇ ਇਕੱਠੇ ਹੁੰਦੇ ਸੀਗੇ, ਬੜਾ ਮਜ਼ਾ ਕਰਦੇ ਸੀ. ਅਤੇ ਮੇਰੇ ਦਾਦਾ ਅਤੇ ਦਾਦੀ ਉੱਥੇ ਰਹਿੰਦੇ ਸੀਗੇ, ਅਤੇ ਅਸੀਂ ਇੱਕ ਨਾ ਪਲੇਅ ਕਰਦੇ ਹੁੰਦੇ ਸੀ ਉੱਥੇ, ਇੱਕ ਕਮਰੇ 'ਚ ਨਾ ਕਰਟਨ ਲਾ ਕੇ ਅਸੀਂ ਅਲੱਗ ਅਲੱਗ ਟੀਮਾਂ ਬਣਾਉਂਦੇ ਸੀ, ਪਲੇਅ ਕਰਦੇ ਸੀਗੇ. ਅਤੇ ਮੇਰੇ ਦਾਦਾ ਦਾਦੀ ਯੂਜ਼ਡ ਟੂ ਬੀ ਦ ਜੱਜਸ, ਅਤੇ ਕਹਿੰਦੇ ਦਿਸ ਗਾਇਜ਼ ਦਾ ਵਿਨਰ, ਇਹ ਵਿਨਰ ਹੈ. ਅਤੇ ਅਸੀਂ ਅਸੀਂ ਸਿੱਖਿਆ ਕੀ ਉਹਦੇ 'ਚ, ਕਿ ਤੁਸੀਂ ਜੇ ਇਫ ਯੂ ਸ਼ੋ ਯੂ ਆਰ ਅਪਸੈਟ ਨਾ, ਅਤੇ ਮੇਰਾ ਦਾਦਾ ਮੈਨੂੰ ਤੁਹਾਨੂੰ ਮਾਲ ਰੋਡ ਜਾ ਕੇ ਸੌਫਟੀ ਖਿਲਾਉਂਦੇ ਸੀਗੇ.
ਸੋ ਜਿਹਨੂੰ ਮੱਤੀ ਜਿਤਾ ਦੇਣ ਬਾਕੀ ਸਾਰੇ ਦੁਖੀ ਹੁੰਦੇ ਨਹੀਂ ਰੋਜ਼ ਜਾਂਦੇ ਨਹੀਂ ਇਹ ਤਾਂ ਗੱਲ ਫਿਰ ਦਾਦਾ ਜੀ ਥੱਲੇ ਲੱਗੇ ਸਭ ਨੂੰ ਭਾਈ ਉਹ ਸੌਫਟੀ ਫਿਰ ਸੌਫਟੀ ਖਾਂਦਾ ਆਈ ਕਿ ਤੂੰ ਅੱਖ ਮਾਰਦੇ ਸੀ ਹੁਣ ਠੀਕ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਰਸਨਲ ਲਾਈਫ ਬਾਰੇ ਪੁੱਛੀ। ਇਹ ਸਿਰਫ ਮੇਰਾ ਪਰਸਨਲ ਮੇਰੇ ਜ਼ਿਹਨ ਦੇ ਵਿੱਚ ਇਹ ਸਵਾਲ ਆਇਆ ਕਿ ਫਲਾਈਟ ਅਟੈਂਡੈਂਟ ਜਿਹੜਾ ਆ ਬਹੁਤ ਚੰਗਾ ਕੰਮ ਸੀ, ਬਹੁਤ ਉਹਨਾਂ ਨੇ ਚੂਜ਼ ਕੀਤਾ, ਸ਼ਾਇਦ ਇਸੇ ਲਈ ਪ੍ਰੋਫੈਸ਼ਨ ਚੂਜ਼ ਕੀਤਾ ਹੋਣਾ ਕਿਉਂਕਿ ਸ਼ਾਇਦ ਇਹ ਲਿਖਿਆ ਸੀਗਾ ਉਹਨਾਂ ਦੀ ਕਿਸਮਤ ਦੇ ਵਿੱਚ, ਡੈਸਟੀਨੀ ਦੇ ਵਿੱਚ। ਸੋ ਉਹਨਾਂ ਨੇ ਆਪ ਹੀ ਪ੍ਰੋਫੈਸ਼ਨ ਚੂਜ਼ ਕੀਤਾ ਸੀ ਜਾਂ ਕਿਉਂ? ਮਤਲਬ ਇਹਦੇ ਵਿੱਚ ਵੀ ਕੋਈ ਸਟੋਰੀ ਹੋਵੇਗੀ ਆਮ ਸ਼ੋਰ ਜਿਵੇਂ ਤੁਸੀਂ ਹੱਸ ਰਹੇ ਹੋ। ਤੇਰੀ ਤਾਂ ਸਟੋਰੀ ਹੁੰਦੀ ਸੀ। ਨੀਰਜਾ ਨੇ ਪੈਰਾਮ ਨੂੰ ਜੋਬ ਨੂੰ ਅਪਲਾਈ ਨਹੀਂ ਕੀਤਾ ਸੀਗਾ। ਹੋਇਆ ਕੀ ਸੀਗਾ ਕਿ ਜਦੋਂ ਤਾਜ ਵਿੱਚ ਇੰਟਰਵਿਊ ਸੀਗੀ ਤੇ ਇਹਦੀ ਇੱਕ ਫਰੈਂਡ ਸੀਗੀ ਨਿਓਮੀ ਨੇ ਅਪਲਾਈ ਕੀਤਾ ਹੋਇਆ ਸੀਗਾ ਤੇ ਨਿਓਮੀ ਨੇ ਲਾਡੋ ਨੂੰ ਕਿਹਾ ਯਾਰ ਤੂੰ ਮੇਰੇ ਨਾਲ ਚੱਲ, ਮੇਰਾ ਮੇਕਅਪ ਠੀਕ ਕਰਦੀ ਉੱਥੇ। ਸੋ ਲਾਡੋ ਗਈ ਉਹਦੇ ਲਈ ਐਕਚੁਅਲੀ ਨਿਓਮੀ ਨਾਲ, ਤੇ ਉੱਥੇ ਸੀਗੀ ਤਾਂ ਉਹ ਜਿਹੜੇ ਉੱਥੇ ਲੋਕੀ ਸੀ ਉਹਨਾਂ ਨੇ ਕਿਹਾ ਤੂੰ ਵਾਈ ਡੋਂਟ ਯੂ ਅਪਲਾਈ। ਇਹਨੇ ਉੱਥੇ ਫਾਰਮ ਫਿਲ ਅਪ ਕੀਤਾ ਤੇ ਇੰਟਰਵਿਊ ਲਈ ਗਈ, ਨੌਕਰੀ ਇਹਨੂੰ ਮਿਲ ਗਈ। ਨਿਓਮੀ ਵੈਂਟ ਔਨ ਜੁਆਇਨ ਐਮੀਰੇਟਸ, ਸ਼ੀ ਬਿਕਮ 에ਅਰ ਹੋਸਟਸ ਫਾਈਨਲੀ तो बड़ा सी केम बैक, देखो तो दैन शी वेंट फॉर ट्रेनिंग, मियामी गई ट्रेनिंग वास्ते, ट्रेनिंग गई एयर होस्टेस वास्ते। उत्थे उन्होंने प्रमोट करके उन्होंने पर्सन बनाता, पर्सन इज द हेड ऑफ दी, सो उन्होंने पर्सन बनाता उत्थे। एंड शी केम बैक एंड कहती पर्सन बन गई। सो even in this flight actually she was not supposed to go, the another lady was supposed to go, she was the purser, but she took off, she took leave on that day and ये ड्यूटी लगी चली गई। तो ਉਹ ਤੋਂ ਇੱਕ ਹਫ਼ਤਾ ਪਹਿਲੇ ਐਂਟੀ ਹਾਈਜੈਕ ਟ੍ਰੇਨਿੰਗ ਕਰਕੇ ਆਈ ਸੀ ਵਾਪਸ ਲੰਡਨ ਤੋਂ। ਤੇ ਐਂਟੀ ਹਾਈਜੈਕ ਟ੍ਰੇਨਿੰਗ 'ਚ ਇਹ ਦੱਸਿਆ ਸੀਗਾ ਕਿ ਜੇ ਤੁਹਾਨੂੰ ਲੱਗੇ ਨਾ ਪ੍ਰੋਬਲਮ ਹੈਗੀ ਹੈ ਤੁਸੀਂ ਪਹਿਲੇ ਪਾਇਲਟ ਨੂੰ ਇਨਫੋਰਮ ਕਰਨਾ। ਸੋ ਤਦ ਹੀ ਵੈਨ ਦ ਹਾਈਜੈਕਰਸ ਕੇਮ ਰਨਿੰਗ ਅਪ, ਇਹਨੇ ਇੰਟਰਕੌਮ 'ਤੇ ਕੋਡਡ ਮੈਸੇਜ ਪਾਇਲਟ ਨੂੰ ਦਿੱਤਾ। ਪਾਇਲਟ ਤਾਂ ਉਸਤਾਦ ਸੀਗਾ, ਅਮਰੀਕਨ ਸੀਗਾ, ਭੱਜ ਗਿਆ ਉੱਥੋਂ। ਦੈਟ ਵਾਜ਼ ਵੈਰੀ ਟ੍ਰੈਜਿਕ ਯੂ ਨੋ। ਇਨ ਫੈਕਟ ਆਈ ਮੈਟ ਅਨਦਰ ਪਾਇਲਟ, ਮੈਂ ਉਹਨੂੰ ਪੁੱਛਿਆ ਯਾਰ ਕਾਹਤੇ ਭੱਜ ਗਿਆ ਉਹਨਾਂ? ਕਹਿੰਦਾ ਨੋ ਦ ਆਈਡੀਆ ਵਾਜ਼ ਕਿ ਪਲੇਨ ਨੂੰ ਅਸੀਂ ਬਿਲਕੁਲ ਬਿਲਡਿੰਗ ਵਾਕਨ ਕਨਵਰਟ ਕਰ ਦੇਣਾ ਹੈ, ਸੋ ਦੈਨ ਵੀ ਕੈਨ ਗੈਟ ਪੀਪਲ ਆਊਟ। ਜੇ ਉੜ ਗਿਆ ਤਾਂ ਗੱਲ ਖਤਮ। ਮੈਂ ਕਿਹਾ ਸਹੀ ਗੱਲ ਆ ਤੇਰੀ, ਆਈ ਐਗਰੀ ਵਿਦ ਦਿਸ। ਪਾਇਲਟ ਭੱਜ ਗਿਆ ਅੰਡਰਸਟੈਂਡ, ਕੋ ਪਾਇਲਟ ਭੱਜ ਗਿਆ ਅੰਡਰਸਟੈਂਡ, ਉਹ ਫਲਾਈਟ ਇੰਜੀਨੀਅਰ ਕੋਲ ਭੱਜਿਆ ਨਾਲ। ਕਿਉਂਕਿ ਜੇ ਫਲਾਈਟ ਇੰਜੀਨੀਅਰ ਜਿੰਦਾ ਉੱਥੇ ਰਹਿੰਦਾ ਉਹ ਦੱਸ ਸਕਦਾ ਸੀ ਕਿ ਜੇ ਆਇਲ ਖਤਮ ਹੋਣ ਵਾਲਾ ਹੈਗਾ ਤੇ ਲਾਈਟਸ ਬੰਦ ਹੋਣ ਵਾਲੀਆਂ, ਏਸੀ ਬੰਦ ਹੋ ਜਾਏਗਾ, ਵਿਚ ਵਾਜ਼ ਦ ਰੀਜ਼ਨ ਕਿ ਫਾਈਨਲੀ ਉਹਨਾਂ ਨੇ ਗੋਲੀਆਂ ਕਿਉਂ ਸ਼ੁਰੂ ਕੀਤੀਆਂ। ਹੀ ਵਾਟ ਮੇਰ ਟੈਲ ਦੈਮ, ਹੀ ਕੁਡ ਰੇਡੀਓ ਅਪਲਾਈ ਯੂਜ਼ ਕਰ ਸਕਦਾ ਸੀਗਾ, ਪਰ ਉਹ ਫਲਾਈਟ ਇੰਜੀਨੀਅਰ ਭੱਜ ਗਿਆ। ਉਹ ਅਮਰੀਕਨ ਸੀਗਾ, 3 ਅਮਰੀਕਨ ਸੀ, 3 ਭੱਜ ਗਏ। ਐਨੀਹਾਓ ਸ਼ਾਇਦ ਇਹ ਸਨਮਾਨ ਸਾਡੇ ਦੇਸ਼ ਦੇ ਹੱਥ ਵਿੱਚ ਹੀ ਆਉਣਾ ਸੀਗਾ। ਸੋ ਜਿਹੜੀ ਫਿਲਮ ਬਣੀ ਸੀ, ਸੋਨਮ ਕਪੂਰ ਵਾਜ਼ ਓਬਵੀਅਸਲੀ ਪਲੇਇੰਗ ਨੀਰਜਾ, ਕੀ ਲੱਗਦਾ ਹੈ ਕਿੰਨੀ ਕਿ ਜਸਟਿਸ ਹੋਈ ਆ? ਕਿਉਂਕਿ ਕੀ ਹੁੰਦਾ ਹੈ ਕਈ ਵਾਰ ਅਸੀਂ ਕਿਸੇ ਦੇ ਕੈਰੈਕਟਰ 'ਤੇ, ਕਿਸੇ ਦੀ ਲਾਈਫ 'ਤੇ ਬੁੱਕ ਲਿਖਦੇ ਆ ਜਾਂ ਫਿਰ ਫਿਲਮ ਕਰਦੇ ਆ, ਸੋ ਕਦੇ ਨਾ ਕਦੇ ਇਹ ਮੈਸੇਜ ਆ ਜਾਂਦਾ ਹੈ, ਭਾਵੇਂ ਕਲਾਕਾਰ ਆਪਣਾ 100% ਦੇਵੇ ਬਟ ਕਿਤੇ ਨਾ ਕਿਤੇ ਦੇ ਲੈਕ ਸਮਵੇਅਰ। ਬੜੀ ਇੰਟਰਸਟਿੰਗ ਚੀਜ਼ ਦੱਸਦਾ ਜੀ। ਲਾਡੋ ਆਈ ਸੋਨਮ ਆਈ ਸੀ ਇੱਥੇ ਹੀ, she had come home to meet my mother ਪਹਿਲੀ ਵਾਰੀ। ਤੇ ਆਈ ਅਦਰ ਦਰਵਾਜ਼ੇ ਤੋਂ ਅੰਦਰ ਆਈ, ਲਾਈਕ ਯੂ ਕੇਮ ਨਾ, ਸ਼ੀ ਕੇਮ ਫਰੋਮ ਦ ਸਾਈਡ। ਤੇ ਆਈ ਤੇ ਯੂ ਨੋ ਮੇਰੀ ਮਾਂ ਦਾ ਪਹਿਲੇ ਰਿਐਕਸ਼ਨ ਸੀ ਇਹ ਤਾਂ ਲੱਗਦੀ ਲਾਡੋ ਵਕਣ, ਓਕੇ ਲੱਗਦੀ ਬਿਲਕੁਲ ਉਹ ਵਕਣ। ਅਨਦਰ ਵੈਰੀ ਇੰਟਰਸਟਿੰਗ ਥਿੰਗ ਇਜ਼ ਕਿ ਲਾਡੋ ਵਿੱਚ ਡਰੈਸ ਨਾ, ਇਟ ਵਾਸ ਸਿਟਿੰਗ ਡਾਊਨ, ਸ਼ੀ ਵੁਡ ਸਮੂਥ ਅ ਡਰੈਸ ਐਂਡ ਸਿਟ ਡਾਊਨ। ਸੋਨਮ ਨੇ ਐਗਜ਼ੈਕਟਲੀ ਉਹੀ ਕੀਤਾ, ਐਗਜ਼ੈਕਟਲੀ ਸੇਮ ਥਿੰਗ। ਤੇ ਮੇਰੀ ਮਾਂ ਕਹਿੰਦੀ ਇਹ ਤਾਂ ਲਾਡੋ ਹੀ ਹੈਗੀ ਹੈ, ਐਂਡ ਇਟਸ ਅ ਫੈਕਟ, ਸ਼ੀ ਹੈਜ਼ ਡਨ ਦ ਰੋਲ ਬਿਊਟੀਫੁਲੀ ਯੂ ਨੋ। ਬਿਲਕੁਲ ਲਾਡੋ ਹੀ ਲੱਗਦੀ ਸਾਨੂੰ ਤਾਂ, ਪਰਫੈਕਟ। ਸਾਡੇ ਵੱਲ ਤਾਂ 100 ਮਾਰਕਸ। ਜੀ। ਸੋ ਉਹ ਫਿਲਮ ਨੇ ਕਾਫੀ ਚੰਗਾ ਬਿਜ਼ਨਸ ਵੀ ਕੀਤਾ ਸੀ। ਸੋ ਇਸ ਤੋਂ ਬਾਅਦ ਇਹ ਬੁੱਕ ਆਈ। ਆਈ ਫੀਲ ਸੋ ਬਲੈਸਡ, ਆਈ ਵਿਸ਼ ਆਈ ਕੁਡ ਮੀਟ ਹਰ। ਦੈਟਸ ਆਲ ਆਈ ਕੈਨ ਸੇ ਤੁਹਾਨੂੰ ਮਿਲਣ ਤੋਂ ਬਾਅਦ। ਦੇਅਰ ਸ਼ੀ ਇਜ਼। ਐਂਡ ਜਿਵੇਂ ਤੁਸੀਂ ਕਿਹਾ ਕਿ ਹਰ ਅਵਾਰਡ ਸੈਰੇਮਨੀ ਦੇ ਵਿੱਚ ਇੱਕ ਨਵੀਂ ਲਾਡੋ ਆ ਜਾਂਦੀ ਹੈ, ਇੱਕ ਨਵੇਂ ਥਾਟਸ ਦੇ ਨਾਲ। ਸਾਨੂੰ ਐਵਰੀ ਈਅਰ ਵੀ ਮੀਟ ਅ ਨਿਊ ਲਾਡੋ ਐਂਡ the only rule which we have is कि my father put that rule कि once a lady is awarded you are not to keep in touch with her at all. Reason की है, my father said कि ठीक है I have a emotional interest out here, you guys will have emotional interest, next generation main और मेरा मतलब जनरेशन थर्ड है। देखो सारे पागल पहले लोग की बनते फिरते गए यू नो। सो ਹੁੰਦਾ ਕੀ ਹੈ ਸਾਡੇ ਟਰਸਟ ਵਿੱਚ ਇੱਕ ਰੂਲ ਹੈਗਾ कि we do not accept any donations whatsoever, no donations, not allowed only. Reason क्यों कि most of the trust, I'm not saying all, but quite a few of the trusts are basically hera-pheri masters. Okay, so the idea out here is कि पैसे नहीं लोगे किसी थाडे खुद ही पैसे फिर तो लगे हुए, so nobody can object. Suppose कल मैं अवार्ड देना बंद करता, nobody can say क्यों अवार्ड देना बंद, मैं तो लोग को पैसे लेते ही नहीं है, ये तो मेरे पैसे गए, right? So what he said was, as a rule, do not
ਕਿਉਂਕਿ ਤੁਸੀਂ ਫਿਰ ਪੈਸੇ ਲੋਕੀ ਵਾਪਸ ਲੈ ਲੈਂਦੇ ਆ ਅਵਾਰਡ ਦੇ ਕੇ ਨਾ ਪੈਸੇ ਵਾਪਸ ਲੈ ਲੈਂਦੇ ਤੁਸੀਂ ਇੱਕ ਵਾਰ ਟੱਚ ਨਹੀਂ ਕਰਨਾ ਤਾਂ ਕਿ ਤੁਹਾਨੂੰ ਕਦੇ ਟੈਂਪਟੇਸ਼ਨ ਨਾ ਆਏ ਰਾਈਟ ਸੋ ਯੂ ਨੋ ਵੈਨ ਵੀ टेल अ पर्सन अवार्डी है मोस्ट ऑफ देम से अच्छा फिर अभी मतलब अभी कुछ नहीं है इधर इनफैक्ट बड़ा हसा आया मैंने पिछली साड़ी ना सिफिया हनीफ सी केरला तो ना टाइम ਦਾ ਚੇਂਜਿੰਗ ਡਿਜੀਟਲ ਹੋ ਗਿਆ ਕੰਮ ਪਹਿਲੇ ਤਾਂ ਚੈੱਕ ਬਣਾਉਂਦੇ ਸੀ ਉੱਤੇ ਨਾਓ ਵੀ ਸਟਾਰਟ ਟ੍ਰਾਂਸਫਰ ਡਿਜੀਟਲੀ ਤੇ ਸਿਫਿਆ ਨੂੰ ਮੈਂ ਕਿਹਾ ਸਵੇਰੇ ਆਈ ਤੇ ਮੈਂ ਕਿਹਾ ਉਹ ਤੇਰਾ ਮਨੀ ਵੀ ਆ ਟ੍ਰਾਂਸਫਰਿੰਗ ਡਿਜੀਟਲੀ ਤਾਂ ਫਿਰ ਉਧਰ क्या देखोगे मैं कहता लिफाफा दूंगा वो खाली होगा लेकिन है तो कहती आई विल टेल एवरीबॉडी देखो खाली लिफाफा दे दिया मैं ठीक है बेटी तेन मैं दसदा फिर सो जो सेरेमनी हुई ना सो वी कॉल्ड हर सेड आई सेड बिफोर आई शी टेल्स यू सनीफा लेट मी टेल यू दिस एनवेलप इज एम्प्टी कहती नहीं मैं बोला इसका डिजिटल फॉर्चुनेट टू द प्रिंट मैं क्या देखो प्रिंट ट्रांसफर हो चुके हैं पैसे बट वी हैव अ गुड रिलेशनशिप एंड गुड लाफ्टर इन फंक्शन ऑल्सो फंक्शन है वो सीरियस है ना वी आर सेलिब्रेटिंग द फैक्ट दैट नीरजा वाज देयर कोई गम के में थोड़ा बैठे हैं So thank you so much. After so many years, Neerja is still there. ਜਿਵੇਂ ਤੁਸੀਂ ਕਿਹਾ many years exactly. And ਜਿਹੜੇ ਲੋਕੀ ਨੀਰਜਾ ਦੀ ਫਿਲਮ ਦੇਖ ਕੇ ਆਏ ਨੇ ਬਹੁਤ ਪਸੰਦ ਕਰਦੇ ਨੇ I really wish ਕਿ you should buy this book so that ਉਹ ਨੀਰਜਾ ਨੂੰ ਹੋਰ ਜਾਣ ਸਕੇ ਨੀਰਜਾ ਬਾਰੇ ਨੀਰਜਾ ਕਿਹੋ ਜਿਹੀ ਸੀਗੀ because many people maybe ਬਹੁਤ ਸਾਰੇ ਲੋਕੀ ਮੰਨਦੇ ਆ ਉਹਨਾਂ ਨੂੰ inspiration even I feel blessed as I said ਕਿ ਕਾਸ਼ ਵੀ ਉਹਨਾਂ ਨੂੰ ਮਿਲ ਪਾਉਂਦੀ but I'm lucky to have a conversation with you. Great, thank you very much. Thank you so much. Thank you so much. Well, I hope you like the conversation and ਬਹੁਤ ਚੰਗਾ ਲੱਗਦਾ ਹੈ ਇਹ ਜਿਹੇ ਲੋਕਾਂ ਨੂੰ ਕਵਰ ਕਰਕੇ ਇਹ ਜਿਹੇ ਲੋਕਾਂ ਦੀ ਫੈਮਿਲੀਜ਼ ਕੋਲ ਆ ਕੇ ਫੈਕਟ ਜਾਣਨ ਦਾ ਕਿ ਜੋ ਇਨਸਾਨ ਦੇਸ਼ ਲਈ ਇੰਨਾ ਡੈਡੀਕੇਟਡ ਹੋ ਸਕਦਾ ਹੈ ਉਹ ਪਰਸਨਲ ਲਾਈਫ ਵਿੱਚ ਕਿਹੋ ਜਿਹਾ ਹੋ ਸਕਦਾ ਹੈ ਸੋ ਨੀਰਜਾ ਵਾਸ ਦ ਗਰਲ ਆਫ ਹਰ ਵਰਡਸ ਉਹ ਹਮੇਸ਼ਾ ਕਹਿੰਦੇ ਸੀ ਸੈਲਫ ਰਿਸਪੈਕਟ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਆ ਡੈਡੀਕੇਸ਼ਨ ਐਂਡ ਇਵੈਂਚੁਅਲੀ ਉਹ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਤਾਂ ਕਰੋ ਯੂ ਸ਼ੁੱਡ ਗੋ ਫॉर ਇਟ ਸੋ ਆਈ ਥਿੰਕ ਵੀ ਸ਼ੁੱਡ ਸੈਲੀਬ੍ਰੇਟ ਦ ਫੈਕਟ ਕਿ ਨੀਰਜਾ ਵਾਸ देयर ਨੀਰਜਾ ਵਾਸ ਦ ਗਰਲ ਆਫ ਇੰਡੀਆ ਐਂਡ ਨੀਰਜਾ ਨੇ ਡੈਡੀਕੇਸ਼ਨ ਦਿੱਤੀ ਆਈ ਵਿਲ ਫੋਲੋ ਹਰ ਆਈ ਐਮ ਅ ਬਿਗ ਫੈਨ ਸੋ ਆਈ ਹੋਪ ਯੂ ਲਾਈਕਡ ਇਟ ਜਿੰਨੀ ਵੀ ਕੁੜੀਆਂ ਉੱਥੇ ਦੇਖ ਰਹੀਆਂ ਹੈ ਆਈ ਰੀਅਲੀ ਵਿਸ਼ ਕਿ ਜੇ ਫਿਲਮ ਦੇਖੀ ਆ ਤਾਂ ਪਰਸਨਲ ਲਾਈਫ 'ਤੇ ਜਿਹੜੀ ਬੁੱਕ ਲਿਖੀ ਗਈ ਆ ਉਹ ਜ਼ਰੂਰ ਪੜ੍ਹੋ ਯੂ ਵਿਲ ਲਵ ਇਟ ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸੋਨਾਲੀ ਦੇਈ ਸਾਈਨਿੰਗ ਆਫ